2012 ਦੇ ਵਿੱਚ ਅਸੀਂ ਪਹਿਲੀ ਵਾਰ ਜਦੋਂ ਆਵਾਜ਼ ਚੱਕੀ ਸੀ ਤਾਂ ਉਸ ਟਾਈਮ ਤੱਕ 20,000 ਕਰੋੜ ਦੀ ਬੋਗਸ ਬਿਲਿੰਗ ਜਿਹੜੀ ਕਿ ਸਰਕਾਰ ਆਪ ਮੰਨ ਰਹੀ ਸੀ ਉਦੋਂ ਜੀ ਉਹ ਹੋ ਚੁੱਕੀ ਸੀ ਜੀ। ਇਸ ਕਰਕੇ ਜਦੋਂ GST ਲਾਗੂ ਹੋਇਆ 2017 ਚ ਜੀ ਉਹ ਜਿਹੜੇ ਛੋਟੇ ਵਪਾਰੀ ਕ੍ਰਿਮੀਨਲ ਕਵਾਂਗੇ ਅਸੀਂ ਜੀ ਉਹ ਵੱਡੇ ਵਪਾਰੀ ਬਣ ਗਏ ਕਿਉਂਕਿ ਟੈਕਸ ਜਿਹੜਾ ਸੀ ਉਹ 4% ਤੋਂ ਵੱਧ ਕੇ 18 ਤੇ 28% ਹੋ ਗਿਆ ਕਿ ਜਿਹੜੇ ਇਮਾਨਦਾਰ ਲੋਕ ਨੇ ਜਿਹੜਾ ਸਹੀ ਢੰਗ ਨਾਲ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਦਿੱਕਤ ਹੋ ਰਹੀ ਸੀ। ਉਹਨਾਂ ਨੇ ਫਿਰ ਸੌਰਵ ਰਾਜ ਜਿਹੜੇ ਕਿ ਉਸ ਟਾਈਮ ਐਡੀਸ਼ਨਲ ETC ਸੀ ਉਹਨਾਂ ਦੀ ਇੱਕ ਟੀਮ ਬਣਾ ਕੇ ਲੁਧਿਆਣੇ ਭੇਜੀ। ਅਸੀਂ ਲਗਭਗ 10-12 ਜਗ੍ਹਾ ਤੋਂ ਉਹਨਾਂ ਤੋਂ ਰੇਡ ਕਰਵਾਈ ਔਰ ਕਾਫੀ ਜਿਹੜੀ ਹੈ ਉਹ ਸਾਨੂੰ ਉਸ ਟਾਈਮ ਉਹਨਾਂ ਨੂੰ ਐਂਟਰੀਆਂ ਮਿਲੀਆਂ। ਅੱਜ ਜੇ ਅਸੀਂ ਸਿੱਧੇ ਤੌਰ ਤੇ ਦੇਖ ਲਈਏ ਤਾਂ ਪੰਜਾਬ ਦੇ ਵਿੱਚ ਜੇ ਇਹ ਘੁਟਾਲਾ ਲਗਭਗ 20,000 ਕਰੋੜ ਸਾਲਾਨਾ ਦਾ ਘੁਟਾਲਾ ਹੈ ਜੀ। ਇਸ ਕਰਕੇ ਸਰਕਾਰ ਦੀ ਇਹ ਜਿਹੜੀ ਹਾਲਾਤ ਹੋਣ ਵਾਲੀ ਹੈ ਕਿ ਜੇ ਉਹ ਕੰਪਨਸੇਸ਼ਨ ਨਾ ਮਿਲੀ ਤੇ ਇਹ ਘੁਟਾਲੇ ਨਾ ਮਿਲੇ ਤਾਂ ਜਿਹੜਾ ਕਰਜ਼ਾ ਉਹ ਵੱਧ ਕੇ ਜਦੋਂ ਇਹ ਸਰਕਾਰ ਖਤਮ ਹੋਣੀ ਹੈ ਉਹ 2,82,000 ਕਰੋੜ ਤੋਂ ਵੱਧ ਕੇ 4 ਲੱਖ ਕਰੋੜ ਵੀ ਟੱਪ ਸਕਦਾ। ਜਿਹੜੇ ਲੋਕ ਅੰਮ੍ਰਿਤਸਰ ਕੇਸ ਦੇ ਵਿੱਚ ਜਿਨ੍ਹਾਂ ਨੂੰ ਵਿਜੀਲੈਂਸ ਨੇ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਸੀ ਉਹ ਲੋਕ ਅੱਜ ਉਸ ਪੋਜੀਸ਼ਨ ਤੇ ਬੈਠੇ ਨੇ ਜਿਨ੍ਹਾਂ ਨੇ ਕਿ ਇਹ ਬੋਗਸ ਬਿਲਿੰਗ ਨੂੰ ਰੋਕਣ ਦੀ ਜਿਨ੍ਹਾਂ ਕੋਲ ਜ਼ਿੰਮੇਵਾਰੀ ਹੈ। ਤੁਸੀਂ ਉਹਨਾਂ ਲੋਕਾਂ ਨੂੰ ਹੀ ਉਸ ਪੋਜੀਸ਼ਨ ਤੇ ਬਿਠਾ ਦਿਓ ਕਿ ਜਿਨ੍ਹਾਂ ਨੇ ਰੋਕਣਾ ਹੈ ਔਰ ਉਹੀ ਲੋਕ ਵਿਜੀਲੈਂਸ ਨੇ ਟਿੰਟਡ ਕੀਤੇ ਹੋਣ ਕਿ ਇਹ ਲੋਕ ਕਿਤੇ ਨਾ ਕਿਤੇ ਬੋਗਸ ਬਿਲਿੰਗ 'ਚ ਇਨਵੋਲਵ ਰਹੇ ਆ ਜਾਂ ਪਾਰਟ ਐਂਡ ਪਾਰਸਲ ਆਫ ਦਾ ਕਰਪਸ਼ਨ ਰਹੇ ਆ ਤਾਂ ਫਿਰ ਇਹ ਕਿਸ ਤਰ੍ਹਾਂ ਰੁਕੇ। ਹਾਲੇ ਤੁਸੀਂ ਦੇਖੋਗੇ ਕਿ ਜਿਹੜੀ ਐਕਸਪੋਰਟ ਵੀ ਇੱਥੋਂ ਵੱਧ ਰਹੀ ਹੈ ਜਾਂ ਜਾ ਰਹੀ ਹੈ ਉਹਦੇ ਪਿੱਛੇ ਵੀ ਕਾਰਨ ਇਹ ਹੈ ਕਿ ਉਹੀ ਬਿੱਲ ਐਕਸਪੋਰਟਰ ਨੂੰ ਜਾ ਕੇ ਐਂਡ ਯੂਜ਼ਰ ਨੂੰ ਚਲੇ ਜਾਂਦੇ ਆ ਔਰ ਐਕਸਪੋਰਟਰ ਉਹਦਾ ਰਿਫੰਡ ਲੈ ਕੇ ਜਿਹੜਾ ਉਹ ਮੋਟੀ ਕਮਾਈ ਕਰਦੇ ਪਏ ਆ। ਸਭ ਕੈਚ ਹੋ ਸਕਦਾ ਜੀ। ਅੱਜ ਤੁਸੀਂ 50,000 ਤੋਂ ਉੱਪਰ ਅਸੀਂ 1 ਕਿਲੋ ਦਾ ਵੀ ਬਿੱਲ ਕੱਢਦੇ ਆ ਤਾਂ ਸਿੱਧਾ GST ਦੇ ਨੈਟ ਦੇ ਉੱਪਰ ਚਲੇ ਜਾਂਦੇ। ਇਸ ਕਰਕੇ ਉਹ ਅੱਖਾਂ ਜਿਹੜੀਆਂ ਬੰਦ ਹੋਣ ਨਾ ਫਿਰ ਉਹਨੂੰ ਖੋਲ੍ਹਣੀਆਂ ਮੁਸ਼ਕਲ। ਇਸੇ ਹੈਪੀ ਨਾਗਪਾਲ ਦੇ ਆਫਿਸ ਦੇ ਵਿੱਚ 2019 ਦੇ ਵਿੱਚ ਸੌਰਵ ਰਾਜ ਨੇ ਵੀ ਰੇਡ ਕੀਤੀ ਸੀ। ਓਕੇ। ਉਦੋਂ ਬਾਅਦ ਚ ਉਹਨੂੰ ਪਕੜਿਆ ਨਹੀਂ ਗਿਆ ਉਹਨੂੰ ਥੋੜਾ ਬਹੁਤ ਸ਼ੁਰੂ ਕੀਤਾ ਸੀ ਉਹਨੂੰ ਛੱਡ ਦਿੱਤਾ ਗਿਆ ਔਰ ਦੁਬਾਰਾ ਉਸੇ ਹੈਪੀ ਨਾਗਪਾਲ ਦੇ ਉੱਪਰ ਇਹਨਾਂ ਨੇ ਕਹਿ ਦਿੱਤਾ ਕਿ 427 ਕਰੋੜ ਦੀ ਬੋਗਸ ਬਿਲਿੰਗ ਕੀਤੀ। ਇਸ ਕਰਕੇ ਡਿਪਾਰਟਮੈਂਟ ਨੇ ਜੇ ਮੁਸਤਾਦੀ 2017-18 'ਚ ਦਿਖਾਈ ਹੁੰਦੀ ਤਾਂ ਸ਼ਾਇਦ ਅੱਜ ਪੰਜਾਬ ਇਸ ਤਰ੍ਹਾਂ ਦੀ ਬਦਨਾਮ ਸਟੇਟ ਨਾ ਬਣਦਾ। ਉਹਨਾਂ ਲੋਕਾਂ ਦੀਆਂ ਤੁਹਾਨੂੰ ਇੱਥੇ ਕੋਠੀਆਂ ਦਿਖਾ ਦਿੰਨਾ ਜਿਹੜੇ ਲੋਕ ਇਸ ਧੰਦੇ 'ਚ ਰਹੇ ਨੇ ਬੜੀਆਂ ਆਲੀਸ਼ਾਨ ਕੋਠੀਆਂ 'ਚ ਰਹਿੰਦੇ ਨੇ ਔਰ ਦੁਨੀਆ ਦੀ ਜਿਹੜੀਆਂ ਟੌਪ ਮੋਸਟ ਕਾਰਾਂ ਨੇ ਜਿਨ੍ਹਾਂ ਦੀ ਕਿ ਰੇਂਜ ਹੀ ਸ਼ਾਇਦ 1.5 ਕਰੋੜ ਤੋਂ ਸ਼ੁਰੂ ਹੁੰਦੀ ਹੈ ਅੱਜ ਵੀ ਉਹਨਾਂ ਲੋਕਾਂ ਕੋਲ ਹੈ ਕਿਉਂਕਿ ਇਸ ਧੰਦੇ ਦੇ ਵਿੱਚ ਸਿਰਫ ਮੁਨਾਫਾ ਹੀ ਮੁਨਾਫਾ ਨਾ ਕੋਈ ਇਨਵੈਸਟਮੈਂਟ ਹੈ ਨਾ ਕੋਈ ਕੁਛ ਹੈ। ਸਿਰਫ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਤੁਸੀਂ ਇੱਕ ਅੱਧਾ ਅਫਸਰ ਆਪਣੇ ਹੱਥ 'ਚ ਕਰਕੇ ਰੱਖਣਾ ਜਿਹੜਾ ਕਿ ਤੁਹਾਨੂੰ ਇਸ ਕੰਮ ਤੋਂ ਬਚਾ ਸਕੇ। ਕਿਹੜੇ ਬੰਦੇ ਨੂੰ ਆਪ ਹੀ ਨੰਬਰ ਦਵਾਇਆ ਆਪ ਹੀ ਘੁਟਾਲਾ ਕਰਾਇਆ ਤੇ ਆਪ ਅਫਸਰ ਆਪ ਹੀ ਨੰਬਰ ਦਵਾ ਰਹੇ ਹੈ। ਸਰ ਤੁਸੀਂ ਜਦੋਂ ਇਨਵੈਸਟੀਗੇਸ਼ਨ ਹੁੰਦੀ ਆ ਅਗਲੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਇੱਕ 10 ਬਾਈ 10 ਗਜ ਦੀ 10 ਫੁੱਟ ਦੀ ਦੁਕਾਨ ਦੇ ਵਿੱਚ 100 ਕਰੋੜ ਦੀ ਟਰਨਓਵਰ ਬੰਦਾ ਕਿੱਦਾਂ ਕਰ ਜਾਂਦਾ। ਉਹ ਅੱਜ ਆਪਣੇ 1,000-2,000 ਦੇ ਰਿਫੰਡ ਵਾਸਤੇ ਇੱਕ ਪਰਚੀ ਚੱਕ ਕੇ ਉਹਨਾਂ ਕੋਲ ਜਾਂਦੇ ਆ ਕਿ ਇਹ ਸਾਡਾ ਪ੍ਰੂਫ ਹੈ, ਆ ਮਾਲ ਦੇਣ ਦਾ ਪ੍ਰੂਫ ਹੈ, ਸਾਡੇ ਮਾਲ ਲੈਣ ਦਾ ਪ੍ਰੂਫ ਹੈ। ਔਰ ਜਿਹੜੇ ਲੋਕ 500 ਕਰੋੜ ਦੇ ਘੁਟਾਲੇ ਕਰ ਗਏ ਇਹਨਾਂ ਨੇ ਉਹਨਾਂ ਦੇ ਦਫ਼ਤਰ ਤੱਕ ਨਹੀਂ ਦੇਖੇ ਜਾ ਕੇ। ਗੁੰਡੇ ਪਾਲ ਲਏ ਨੇ ਉਹਨਾਂ ਨੇ ਪੈਸਾ ਇੰਨਾ ਆ ਗਿਆ ਉਹਨਾਂ ਨੇ ਗੁਰਗੇ ਪਾਲ ਲਏ। ਉਹਨਾਂ ਕੋਲ ਅੱਜ ਪੂਰੀ ਦੁਨੀਆ ਦੇ ਵੀਜ਼ੇ ਪਏ ਨੇ। ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਹੈ ਜਹਾਜ਼ ਫੜਦੇ ਉਹ ਕਿਸੇ ਕੰਟਰੀ 'ਚ ਨਿਕਲ ਜਾਂਦੇ ਆ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ। ਕਾਰ ਜੇ ਇਮਾਨਦਾਰ ਆਈ ਹੈ ਤਾਂ ਪਹਿਲਾਂ ਉਹ ਆਪਣੇ ਡਿਪਾਰਟਮੈਂਟ ਦੀਆਂ ਕਾਲੀਆਂ ਭੇਡਾਂ ਨੂੰ ਚੈੱਕ ਕਰ ਲੇ। जनहितैषी TRP नहीं खरीदते भरोसा जीतते हैं हम। नमस्कार मैं संदीप शर्मा एक बार फिर तुहाडे नाल रूबरू हो रहे हैं खास मुलाकात प्रोग्राम दे विच। दोस्तों एक तरफ जिथे पंजाब दे विच पंजाब सरकारां वल्लों इन्वैस्ट पंजाब दा मुद्दा चुक्या जांदा और इन्वैस्ट पंजाब च वक्-वक् वड्डियां कंपनियां नूं बुला के इत्थे कारोबार नूं एस्टैबलिश करन दी कोशिश की जा रही है, नवीं इन्वैस्टमेंट लिआउण दी कोशिश की जा रही है। पर ये सारियां दे विच एक पिछले लगभग 4-5 साल तो एक नवीं तरीके का कारोबार इत्थे एक एस्टैबलिश हो गया है। और ख़ास गल ये है कि इस कारोबार च सिर्फ प्रॉफिट ही प्रॉफिट है, लॉस नहीं है। और दिनां दे विच जिहड़े इनू करन वाले कारोबारी हैगे आ दिनां दे विच
ਅਰਬਾਂ ਖਰਬਾਂਪਤੀ ਬਣ ਰਿਹਾ ਹੈ ਔਰ ਜਿਸ ਤੋਂ ਬਾਅਦ ਉਹ ਦੇਸ਼ ਛੱਡ ਰਹੇ ਹੈ ਜਾਂ ਉਹ ਜਿਹੜੇ ਲੋਕ ਕਦੀ ਕੁਛ ਨਹੀਂ ਹੁੰਦੇ ਸੀ ਜਾਂ ਕੱਖ ਨਹੀਂ ਹੁੰਦਾ ਸੀ ਜਿਨ੍ਹਾਂ ਕੋਲ, ਉਹ ਲੱਖਾਂ ਦੀ ਤੇ ਕਰੋੜਾਂ ਦੀ ਗੱਲ ਕਰ ਰਹੇ ਨੇ। ਪਰ ਇਹ ਸਾਰਾ ਮਾਮਲਾ ਕੀ ਹੈ? ਇਹ ਕਿਹੜਾ ਵਪਾਰ ਹੈ? ਇਹੋ ਜਿਹਾ ਕਿਹੜਾ ਵਪਾਰ ਆ ਗਿਆ ਜਿਹਦੇ ਵਿੱਚ ਨੁਕਸਾਨ ਹੈ ਹੀ ਨਹੀਂ, ਸਿਰਫ ਪ੍ਰੋਫਿਟ ਹੀ ਪ੍ਰੋਫਿਟ ਹੈ? ਇਹ ਸਾਰੇ ਮਾਮਲੇ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਬਦੀਸ਼ ਜਿੰਦਲ ਜੀ ਨਾਲ, ਜਿਹੜੇ ਕਿ ਆਲ ਇੰਡੀਆ ਟ੍ਰੇਡ ਫੋਰਮ ਦੇ ਜਿਹੜੇ ਪ੍ਰਵਕਤਾ ਵੀ ਹੈਗੇ ਆ। ਸੋ ਗੱਲਬਾਤ ਕਰਦੇ ਆ। ਸਰ ਨਮਸਕਾਰ। ਥੈਂਕ ਯੂ ਸੰਦੀਪ ਜੀ। ਜੀ ਸਰ। ਦੇਖੋ ਗੱਲ ਹੈ ਸੰਦੀਪ ਜੀ, ਇਹ 4 ਸਾਲ ਨਹੀਂ, ਇਸ ਧੰਦੇ ਨੂੰ ਚੱਲਦੇ ਹੋਏ ਘੱਟੋ ਘੱਟ 10 ਸਾਲ ਹੋ ਗਏ ਜੀ। 2012 ਦੇ ਵਿੱਚ ਅਸੀਂ ਪਹਿਲੀ ਵਾਰ ਜਦੋਂ ਆਵਾਜ਼ ਚੱਕੀ ਸੀ ਤਾਂ ਉਸ ਟਾਈਮ ਤੱਕ 20,000 ਕਰੋੜ ਦੀ ਬੋਗਸ ਬਿਲਿੰਗ ਜਿਹੜੀ ਕਿ ਸਰਕਾਰ ਆਪ ਮੰਨ ਰਹੀ ਸੀ ਉਦੋਂ, ਜੀ, ਉਹ ਹੋ ਚੁੱਕੀ ਸੀ ਜੀ। ਇਸ ਕਰਕੇ ਕਿਉਂਕਿ ਉਦੋਂ ਟੈਕਸ ਥੋੜਾ ਸੀ, ਉਦੋਂ 4% ਵੈਟ ਹੁੰਦਾ ਸੀ ਲੋਹੇ ਦੇ ਉੱਪਰ। ਉਸ ਤੋਂ ਬਾਅਦ ਇਹ ਲੋਕ ਕੰਮ ਕਰਦੇ ਗਏ, ਡਿਪਾਰਟਮੈਂਟ ਦੇ ਆਫੀਸਰਸ ਇਹਨਾਂ ਨੂੰ ਸਪੋਰਟ ਕਰਦੇ ਰਹੇ ਔਰ ਇੱਥੋਂ ਤੱਕ ਵੀ ਕਈ ਗੱਲਾਂ ਦੇ ਕਈ ਕੇਸਿਸ 'ਚ ਅਸੀਂ ਦੇਖਿਆ ਕਿ ਉਹਨਾਂ ਨੇ ਕੰਪਨੀਆਂ ਵੀ ਆਪ ਖੁਲਵਾ ਕੇ ਦਿੱਤੀਆਂ ਉਦੋਂ। ਜੀ ਬਿਲਕੁਲ। ਉਹ ਇਹ ਸਾਰੀਆਂ ਚੀਜ਼ਾਂ ਕੋਰਟ ਦੀ ਜਿਹੜੀ ਸਟੇਟਮੈਂਟ ਸੀ ਉਹਨਾਂ ਦੇ ਵਿੱਚ ਆਈਆਂ ਕਿ ਉਹਨਾਂ ਨੂੰ ਪਹਿਲਾਂ ਕੰਪਨੀਆਂ ਖੁਲਵਾਈਆਂ ਗਈਆਂ, ਜਦੋਂ ਸਰਕਾਰ ਦਾ ਦਬਾਅ ਪਾਇਆ ਤਾਂ ਉਹੀ ਕੰਪਨੀਆਂ ਬੰਦ ਕਰਵਾਈਆਂ। ਬਿਲਕੁਲ ਠੀਕ ਹੈ। ਇਸ ਕਰਕੇ ਜਦੋਂ GST ਲਾਗੂ ਹੋਇਆ 2017 'ਚ, ਜੀ, ਉਹ ਜਿਹੜੇ ਛੋਟੇ ਵਪਾਰੀ ਕ੍ਰਿਮੀਨਲ ਕਵਾਂਗੇ ਅਸੀਂ, ਉਹ ਵੱਡੇ ਵਪਾਰੀ ਬਣ ਗਏ ਕਿਉਂਕਿ ਟੈਕਸ ਜਿਹੜਾ ਸੀ ਉਹ 4% ਤੋਂ ਵੱਧ ਕੇ 18 ਤੇ 28% ਹੋ ਗਿਆ। ਜੀ, ਮਤਲਬ ਸਿੱਧਾ ਗੱਲ ਹੈ ਕਿ GST ਦਾ ਉਹਨਾਂ ਨੂੰ ਫਾਇਦਾ ਹੋ ਗਿਆ। ਮੁਨਾਫਿਖੋਰੀ ਹੋਈ। ਜਿਹੜਾ ਮੁਨਾਫਾ ਕੀ ਹੈ GST ਦਾ, ਬੋਗਸ ਬਿਲਿੰਗ ਦਾ ਮੁਨਾਫਾ ਕੀ ਹੈ ਕਿ ਜਿੰਨਾ ਜ਼ਿਆਦਾ ਟੈਕਸ ਹੋਏਗਾ ਉਨਾ ਹੀ ਜ਼ਿਆਦਾ ਤੁਹਾਨੂੰ 2 ਨੰਬਰ ਦੇ ਬਿੱਲ ਕੱਟਣ ਦਾ ਫਾਇਦਾ ਹੋਏਗਾ। ਇਹ ਜਦੋਂ GST ਆਇਆ 2017 ਦੇ ਵਿੱਚ, ਧੜ ਕੰਪਨੀਆਂ ਖੁੱਲੀਆਂ। 2019 ਦੇ ਵਿੱਚ ਅਸੀਂ ਇਹਦੀ ਆਵਾਜ਼ ਚੱਕੀ। ਫਾਈਨੈਂਸ਼ੀਅਲ ਕਮਿਸ਼ਨਰ ਟੈਕਸੇਸ਼ਨ ਸੀ MP ਸਿੰਘ ਜੀ, ਉਹਨਾਂ ਨੇ ਇੱਕ ਟੀਮ ਭੇਜ ਦਿੱਤੀ, ਮਿਸਟਰ ਸੌਰਵ ਰਾਜ ਸੀ। ਅਸੀਂ ਉਹਨਾਂ ਨੂੰ ਕਿਹਾ ਕਿ ਬਹੁਤ ਕੰਪਨੀਆਂ ਇੱਥੇ ਖੁੱਲ ਗਈਆਂ ਨੇ, ਇਸ ਨੂੰ ਬੰਦ ਕਰਾਇਆ ਜਾਵੇ। ਕਾਰਨ ਇਹ ਹੈ ਕਿ ਉਹਨਾਂ ਕਰਕੇ ਜਿਹੜੇ ਇਮਾਨਦਾਰ ਲੋਕ ਨੇ, ਜਿਹੜੇ ਸਹੀ ਢੰਗ ਨਾਲ ਕੰਮ ਕਰਨਾ ਚਾਹੁੰਦੇ ਆ, ਉਹਨਾਂ ਨੂੰ ਦਿੱਕਤ ਹੋ ਰਹੀ ਸੀ। ਉਹਨਾਂ ਨੇ ਫਿਰ ਸੌਰਵ ਰਾਜ ਜਿਹੜੇ ਕਿ ਉਸ ਟਾਈਮ ਐਡੀਸ਼ਨਲ ETC ਸੀ, ਉਹਨਾਂ ਦੀ ਇੱਕ ਟੀਮ ਬਣਾ ਕੇ ਲੁਧਿਆਣੇ ਭੇਜੀ। ਅਸੀਂ ਲਗਭਗ 10-12 ਜਗ੍ਹਾ ਤੋਂ ਉਹਨਾਂ ਤੋਂ ਰੇਡ ਕਰਵਾਈ ਔਰ ਕਾਫੀ ਜਿਹੜੀ ਹੈ ਉਹ ਸਾਨੂੰ ਉਸ ਟਾਈਮ ਉਹਨਾਂ ਨੂੰ ਐਂਟਰੀਆਂ ਮਿਲੀਆਂ ਔਰ ਲੇਕਿਨ ਇਹ ਕੰਮ ਬੰਦ ਨਹੀਂ ਹੋਇਆ। ਉਸ ਤੋਂ ਬਾਅਦ ਉਹਨਾਂ ਹੀ ਲੋਕਾਂ ਨੇ ਆਪਣੇ ਹੋਰ ਕਰਿੰਦਿਆਂ ਦੇ ਨਾਮ ਦੇ ਉੱਪਰ ਫੈਕਟਰੀਆਂ ਖੋਲ੍ਹ ਲਈਆਂ। ਅੱਜ ਜੇ ਅਸੀਂ ਸਿੱਧੇ ਤੌਰ ਤੇ ਦੇਖ ਲਈਏ ਤਾਂ ਪੰਜਾਬ ਦੇ ਵਿੱਚ ਜੇ ਇਹ ਘੁਟਾਲਾ ਹੈ, ਇਹ ਘੁਟਾਲਾ ਲਗਭਗ 20,000 ਕਰੋੜ ਸਾਲਾਨਾ ਦਾ ਘੁਟਾਲਾ ਹੈ ਜੀ। ਕਿਉਂਕਿ ਸੋ ਬੇਸਿਕਲੀ ਜੇ ਗੱਲਬਾਤ ਕਰੀਏ ਤੇ ਪੰਜਾਬ ਦੇ ਵਿੱਚ, ਦੋਸਤੋ ਤੁਸੀਂ ਸੁਣ ਰਹੇ ਹੋ ਸਿੱਧੀ ਤਸਵੀਰਾਂ, ਇਹਦੇ ਵਿੱਚ ਕੋਈ ਐਡੀਟਿੰਗ ਨਹੀਂ ਹੈ, ਸਿੱਧੇ ਤਰੀਕੇ ਨਾਲ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਬੋਗਸ ਬਿਲਿੰਗ ਦੀ ਇੱਕ ਨਵੀਂ ਇੰਡਸਟਰੀ, ਇੱਕ ਨਵਾਂ ਕਾਰੋਬਾਰ ਸ਼ੁਰੂ ਹੋ ਗਿਆ ਹੈ। ਕੋਈ ਵੱਡੀ ਗੱਲ ਨਹੀਂ, ਜਿਸ ਹਿਸਾਬ ਨਾਲ ਬਦੀਸ਼ ਜੀ ਦੱਸ ਰਹੇ ਹੈ ਕਿ ਜਿਸ ਤੇਜ਼ੀ ਨਾਲ ਇਹ ਬੋਗਸ ਬਿਲਿੰਗ ਦਾ ਧੰਦਾ ਵੱਧ ਰਿਹਾ ਹੈ, ਇਹ ਆਉਣ ਵਾਲੇ ਦਿਨਾਂ 'ਚ ਜਿਹੜੇ ਪੰਜਾਬ ਨੂੰ ਕਾਰੋਬਾਰੀ ਸ਼ਹਿਰ ਕਿਹਾ ਜਾਂਦਾ ਸੀ, ਸਾਨੂੰ ਸਾਈਕਲ ਇੰਡਸਟਰੀ ਸਮਝਿਆ ਜਾਂਦਾ ਸੀ, ਹੌਜ਼ਰੀ ਦਾ ਗੜ ਮੰਨਿਆ ਜਾਂਦਾ ਸੀ, ਸਿਲਾਈ ਮਸ਼ੀਨ ਦਾ ਗੜ ਮੰਨਿਆ ਜਾਂਦਾ ਸੀ, ਤੇ ਹੁਣ ਸ਼ਾਇਦ ਸਾਡੀ ਪਹਿਚਾਣ, ਇੱਥੇ ਦੇ ਕਾਰੋਬਾਰੀ ਦੀ ਪਹਿਚਾਣ ਬੋਗਸ ਬਿਲਿੰਗ ਦੇ ਕਾਰੋਬਾਰੀ ਦੇ ਸਵਰੂਪ 'ਚ ਹੋ ਸਕੇ। ਸੋ ਗੱਲਬਾਤ ਅੱਗੇ ਵੀ ਜਾਰੀ ਰੱਖਦੇ ਹਾਂ ਸਰ। ਹਾਂ ਬਿਲਕੁਲ ਸੰਦੀਪ ਜੀ, ਇਹ ਜਿਹੜਾ ਪੰਜਾਬ ਦੇ ਉੱਪਰ ਕਲੰਕ ਹੈ ਉਹਦਾ ਨਤੀਜਾ ਇਹ ਹੈ ਕਿ 2011 ਦੇ ਵਿੱਚ ਜਿਹੜਾ ਸਾਡਾ ਰੈਵਨਿਊ ਸੀਗਾ ਉਹ 12,400 ਕਰੋੜ ਦੇ ਆਸ-ਪਾਸ ਸੀ। ਹਰਿਆਣੇ ਦਾ 11,800-700 ਕਰੋੜ ਸੀ। ਅੱਜ ਹਰਿਆਣਾ 70,000 ਕਰੋੜ ਦੇ ਰੈਵਨਿਊ ਨੂੰ ਕ੍ਰਾਸ ਕਰ ਚੁੱਕਿਆ ਤੇ ਸਾਨੂੰ ਸਿਰਫ 18,000 ਕਰੋੜ ਰੈਵਨਿਊ ਹੈ। ਅੱਜ ਪੰਜਾਬ ਵਰਗੇ ਸਟੇਟ ਜਿਹੜੀ ਕਿ ਰਿਚ ਸਟੇਟ ਮੰਨੀ ਜਾਂਦੀ ਹੈ, ਜਿੱਥੇ ਲੋਕੀ ਲਗਜ਼ਰੀ ਪਸੰਦ ਕਰਦੇ ਆ, ਵੱਡੀਆਂ ਕਾਰਾਂ, ਵੱਡੀਆਂ ਐਂਟਰਪ੍ਰੇਨਿਓਰਸ਼ਿਪ ਹੁੰਦਾ ਹੈ, ਵੱਡੀਆਂ ਕਾਰੋਬਾਰੀ, ਪੰਜਾਬ ਦਾ ਨੌਜਵਾਨ ਇਹ ਕਹਿੰਦਾ ਮੈਂ ਬਿਜ਼ਨਸ ਕਰਨਾ, ਮੈਨੂੰ ਨੌਕਰੀ ਨਹੀਂ ਚਾਹੀਦੀ। ਹਾਂ, ਉਹ ਸਟੇਟ ਦੇ ਵਿੱਚ ਹਾਲਾਤ ਇਹ ਹੈ ਕਿ ਅਸੀਂ ਭਿਖਾਰੀ ਬਣ ਗਏ ਕੇਂਦਰ ਦੇ। ਉਹਨਾਂ ਤੋਂ ਜੇ ਸਾਨੂੰ 9,000 ਕਰੋੜ ਦੀ ਕੰਪਨਸੇਸ਼ਨ ਕਿੰਨਾ ਸਟੇਟਾਂ ਨੂੰ ਮਿਲਦੀ ਹੈ, ਜਿਹੜੀਆਂ ਸਟੇਟਾਂ ਦਾ ਐਵਰੇਜ ਰੈਵਨਿਊ ਤੋਂ ਜਿਨ੍ਹਾਂ ਨੂੰ ਘੱਟ ਪੈਸਾ ਮਿਲਦਾ, ਇਹ ਕੰਪਨਸੇਸ਼ਨ ਜਿਹੜੀ ਸੀ 2022 ਤੱਕ ਮਿਲਣੀ ਸੀ, 2022 'ਚ ਬੰਦ ਹੋ ਜਾਣੀ ਸੀ। ਇਸ ਕਰਕੇ ਸਰਕਾਰ ਦੀ ਇਹ ਜਿਹੜੀ ਹਾਲਾਤ ਹੋਣ ਵਾਲੀ ਹੈ ਕਿ ਜੇ ਉਹ ਕੰਪਨਸੇਸ਼ਨ ਨਾ ਮਿਲੀ ਤੇ ਇਹ ਘੁਟਾਲੇ ਨਾ ਮਿਲੇ ਤਾਂ ਜਿਹੜਾ ਕਰਜ਼ਾ ਉਹ ਵੱਧ ਕੇ, ਜਦੋਂ ਇਹ ਸਰਕਾਰ ਖਤਮ ਹੋਣੀ ਹੈ, ਉਹ 2,82,000 ਕਰੋੜ ਤੋਂ ਵੱਧ ਕੇ 4 ਲੱਖ ਕਰੋੜ ਵੀ ਟੱਪ ਸਕਦਾ। ਬਦੀਸ਼ ਜੀ, ਮੈਂ ਇੱਕ ਪੁੱਛਣਾ ਚਾਹਾਂਗਾ ਕਿ ਜੇ ਬੋਗਸ ਬਿਲਿੰਗ ਦੇ ਜਿਹੜਾ ਕਾਰੋਬਾਰ ਹੈ, ਇਹ ਸਿਸਟਮ ਦੀ ਕਮੀ, ਕੋਈ GST ਦੇ ਵਿੱਚ ਕਿਸੇ ਸਿਸਟਮ ਦੀ ਕਮੀ ਦਾ ਫਾਇਦਾ ਚੱਕ ਕੇ ਕੀਤਾ ਜਾ ਰਿਹਾ ਹੈ, ਪਨਪਿਆ ਹੈਗਾ, ਜਾਂ ਇਹਦੇ ਵਿੱਚ ਕੋਈ ਹੋਰ ਰੀਜ਼ਨ ਹੈ ਇਹਦੇ ਪਨਪਨ ਦਾ? ਦੇਖੋ ਸੰਦੀਪ ਜੀ, ਗੱਲ ਇਹ ਹੈ ਕਿ ਕਿਤੇ ਨਾ ਕਿਤੇ ਡਿਪਾਰਟਮੈਂਟ ਦੀ ਕਰਪਸ਼ਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਪਿੱਛੇ ਜੇ ਤੁਸੀਂ ਦੇਖਿਆ ਹੋਵੇਗਾ ਕਿ ਅੰਮ੍ਰਿਤਸਰ ਕੇਸ ਦੇ ਵਿੱਚ 15 ਅਫਸਰਾਂ ਦੇ ਉੱਪਰ ਵਿਜੀਲੈਂਸ ਨੇ ਜਿਹੜੀ FIR ਕੀਤੀ ਜੀ ਉਸ ਤੋਂ ਪਹਿਲਾਂ ਅਸੀਂ RTI 'ਚ ਜਾਣਕਾਰੀ ਲਿੱਤੀ ਡਿਪਾਰਟਮੈਂਟ ਦੇ ਜਿਹੜੇ ਅਫਸਰ ਸਸਪੈਂਡ ਕੀਤੇ ਗਏ ਉਹਨਾਂ ਨੂੰ ਪ੍ਰਮੋਟ ਕਰਕੇ ਬੜੀਆਂ ਅੱਛੀਆਂ ਪੋਜੀਸ਼ਨਾਂ ਤੇ ਬਿਠਾ ਦਿੱਤਾ ਗਿਆ ਜਿਹੜੇ ਲੋਕ ਅੰਮ੍ਰਿਤਸਰ ਕੇਸ ਦੇ ਵਿੱਚ ਜਿਨ੍ਹਾਂ ਨੂੰ ਵਿਜੀਲੈਂਸ ਨੇ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਸੀ ਉਹ ਲੋਕ ਅੱਜ ਉਸ ਪੋਜੀਸ਼ਨ ਤੇ ਬੈਠੇ ਨੇ ਜਿਨ੍ਹਾਂ ਨੇ ਕਿ ਇਹ ਬੋਗਸ ਬਿਲਿੰਗ ਨੂੰ ਰੋਕਣ ਦੀ ਜਿਨ੍ਹਾਂ ਕੋਲ ਜ਼ਿੰਮੇਵਾਰੀ ਹੈ ਜਦੋਂ ਤੁਸੀਂ ਉਹਨਾਂ ਲੋਕਾਂ ਨੂੰ ਹੀ ਉਸ ਪੋਜੀਸ਼ਨ ਤੇ ਬਿਠਾ ਦਿਓ ਕਿ ਜਿਨ੍ਹਾਂ ਨੇ ਰੋਕਣਾ ਹੈ ਔਰ ਉਹੀ ਲੋਕ ਵਿਜੀਲੈਂਸ ਨੇ ਟਿੰਟਡ ਕੀਤੇ ਹੋਣ ਕਿ ਇਹ ਲੋਕ ਕਿਤੇ ਨਾ ਕਿਤੇ ਬੋਗਸ ਬਿਲਿੰਗ 'ਚ ਇਨਵੋਲਵ ਰਹੇ ਆ ਜਾਂ ਪਾਰਟ ਐਂਡ ਪਾਰਸਲ ਆਫ ਦਾ ਕਰਪਸ਼ਨ ਰਹੇ ਆ ਤਾਂ ਫਿਰ ਇਹ ਕਿਸ ਤਰ੍ਹਾਂ ਰੁਕੇਗਾ ਦੂਸਰੀ ਗੱਲ ਇਹ ਹੈ ਕਿ ਪੂਰਾ ਦਾ ਪੂਰਾ ਸ਼ਹਿਰ ਜਿਹੜਾ ਹੈ ਉਹ 2 ਨੰਬਰ ਦਾ ਇੱਕ ਬਾਜ਼ਾਰ ਬਣਦਾ ਜਾ ਰਿਹਾ ਬਿਲਕੁਲ ਠੀਕ ਹੈ ਇਸ ਕਰਕੇ ਲੋਕ ਵੀ ਕੰਫਰਟੇਬਲ ਲਾਈਫ ਜੀਣਾ ਚਾਹੁੰਦੇ ਆ ਉਹ ਕਹਿੰਦੇ ਜੀ ਬੋਦਰ ਨਹੀਂ ਕਰਦੇ ਅਸੀਂ ਬਿੱਲ ਲੈਣਾ ਜਾਂ ਬਿੱਲ ਦੇਣਾ ਔਰ ਇਹ ਪੂਰਾ ਜਿੰਨਾ ਵੀ ਸਿਸਟਮ ਹੈ ਹਲੇ ਤੁਸੀਂ ਦੇਖੋਗੇ ਕਿ ਜਿਹੜੀ ਐਕਸਪੋਰਟ ਵੀ ਇੱਥੋਂ ਵੱਧ ਰਹੀ ਹੈ ਜਾਂ ਜਾ ਰਹੀ ਹੈ ਉਹਦੇ ਪਿੱਛੇ ਵੀ ਕਾਰਨ ਇਹ ਹੈ ਕਿ ਉਹੀ ਬਿੱਲ ਐਕਸਪੋਰਟਰਾਂ ਨੂੰ ਜਾ ਕੇ ਐਂਡ ਯੂਜ਼ਰ ਨੂੰ ਚਲੇ ਜਾਂਦੇ ਆ ਔਰ ਐਕਸਪੋਰਟਰ ਉਹਦਾ ਰਿਫੰਡ ਲੈ ਕੇ ਜਿਹੜਾ ਉਹ ਮੋਟੀ ਕਮਾਈ ਕਰਦੇ ਪਏ ਆ ਇਸ ਕਰਕੇ ਇਹ ਜਿਹੜਾ ਧੰਦਾ ਹੈ ਇਹ ਮੰਡੀਆਂ 'ਚ ਵੀ ਚੱਲ ਰਿਹਾ ਮੰਡੀਆਂ ਦੇ ਇਹਦੇ ਵਿੱਚ ਪੁੱਛਣਾ ਚਾਹਾਂਗਾ ਬਦੀਸ਼ ਜੀ ਇੱਕ ਹੋਰ ਚੀਜ਼ ਬੜੀ ਹੈਰਾਨੀਜਨਕ ਆંકੜੇ ਸਾਹਮਣੇ ਆ ਰਹੇ ਆ ਕਿ ਇਹਦੇ ਲਈ ਕੋਈ ਦਿਨਾਂ ਦੇ ਵਿੱਚ ਲੋਕ ਕਰੋੜਪਤੀ ਬਣ ਰਹੇ ਆ ਦਿਨਾਂ ਦੇ ਵਿੱਚ ਉਹਨਾਂ ਦਾ ਲਾਈਫ ਸਟਾਈਲ ਚੇਂਜ ਹੋ ਰਿਹਾ ਮਤਲਬ ਇਹ ਇੰਨਾ ਵੱਡਾ ਸਿਸਟਮ ਐਡਾ ਵੱਡਾ ਘੁਟਾਲਾ ਕਿ ਉਹਨਾਂ ਨੂੰ ਸਰਕਾਰਾਂ ਨੂੰ ਸਮਝ ਨਹੀਂ ਲੱਗ ਰਿਹਾ ਸਿਸਟਮਸ ਇਹਨੂੰ ਜਿਹੜੇ ਆਟੋ ਸਿਸਟਮਸ ਬਣੇ ਆ GST ਦੇ ਉਹ ਇਹਨੂੰ ਕੈਚ ਨਹੀਂ ਕਰ ਪਾ ਰਹੇ ਦੇਖੋ ਸਭ ਕੈਚ ਹੋ ਸਕਦਾ ਜੀ ਅੱਜ ਤੁਸੀਂ 50,000 ਤੋਂ ਉੱਪਰ ਅਸੀਂ 1 ਕਿਲੋ ਦਾ ਵੀ ਬਿੱਲ ਕੱਢਦੇ ਆ ਤਾਂ ਸਿੱਧਾ GST ਦੇ ਨੈਟ ਦੇ ਉੱਪਰ ਚਲੇ ਜਾਂਦਾ ਇਸ ਕਰਕੇ ਉਹ ਅੱਖਾਂ ਜਿਹੜੀਆਂ ਬੰਦ ਹੋਣ ਨਾ ਫਿਰ ਉਹਨੂੰ ਖੋਲ੍ਹਣੀਆਂ ਮੁਸ਼ਕਲ ਅੱਜ ਜਿਹੜੇ ਇਹਨਾਂ ਨੇ ਫੜੇ ਆ ਕਿਸੇ ਦਾ 427 ਕਰੋੜ ਦਾ ਘੁਟਾਲਾ ਸੀ ਕਿਸੇ ਦਾ 625 ਕਰੋੜ ਦਾ ਘੁਟਾਲਾ ਸੀ ਮੈਨੂੰ ਯਾਦ ਹੈ ਹੈਪੀ ਨਾਗਪਾਲ ਦਾ ਇੱਕ ਘੁਟਾਲਾ ਸੀ ਬੜਾ ਪਪੂਲਰ ਹੋਇਆ ਸੀਗਾ ਇੱਕ CA ਵੀ ਫੜਿਆ ਗਿਆ ਸੀਗਾ ਜਿਹੜਾ ਇਸੇ ਚੀਜ਼ ਦੀ ਸਟੈਂਪਿੰਗ ਕਰਦਾ ਸੀਗਾ ਤੁਸੀਂ ਹੈਰਾਨ ਮੰਨੋਗੇ ਇਸੇ ਹੈਪੀ ਨਾਗਪਾਲ ਦੇ ਆਫਿਸ ਦੇ ਵਿੱਚ 2019 ਦੇ ਵਿੱਚ ਸੌਰਵ ਰਾਜ ਨੇ ਵੀ ਰੇਡ ਕੀਤੀ ਸੀ ਓਕੇ ਉਦੋਂ ਬਾਅਦ ਚ ਉਹਨੂੰ ਪਕੜਿਆ ਨਹੀਂ ਗਿਆ ਉਹਨੂੰ ਥੋੜਾ ਬਹੁਤ ਸ਼ੁਰੂ ਕੀਤਾ ਸੀ ਉਹਨੂੰ ਛੱਡ ਦਿੱਤਾ ਗਿਆ ਔਰ ਦੁਬਾਰਾ ਉਸੇ ਹੈਪੀ ਨਾਗਪਾਲ ਦੇ ਉੱਪਰ ਇਹਨਾਂ ਨੇ ਕਹਿ ਦਿੱਤਾ ਕਿ 427 ਕਰੋੜ ਦੀ ਬੋਗਸ ਬਿਲਿੰਗ ਕੀਤੀ ਇਸ ਕਰਕੇ ਡਿਪਾਰਟਮੈਂਟ ਨੇ ਜੇ ਮੁਸਤਾਦੀ 2017-18 'ਚ ਦਿਖਾਈ ਹੁੰਦੀ ਤਾਂ ਸ਼ਾਇਦ ਅੱਜ ਪੰਜਾਬ ਇਸ ਤਰ੍ਹਾਂ ਦੀ ਬਦਨਾਮ ਸਟੇਟ ਨਾ ਬਣਦਾ ਔਰ ਅੱਜ ਹਾਲਾਤ ਨੇ ਕਿ ਹਰ ਛੋਟੇ ਮੱਟੀ ਮੰਡੀ ਦੇ ਵਿੱਚ ਇਹ ਬੋਗਸ ਬਿਲਿੰਗ ਦਾ ਧੰਦਾ ਚਲਾਉਣ ਵਾਲੇ ਆ ਕੇ ਬੈਠ ਗਏ ਉਹ ਕੀ ਕਰਦੇ ਨੇ ਕਿ ਸ਼ਾਮ ਨੂੰ ਦੁਕਾਨਦਾਰਾਂ ਤੋਂ ਜਿੰਨੇ ਬਿੱਲ ਬਚੇ ਹੁੰਦੇ ਨੇ ਉਹ ਲਿਆ ਕੇ ਇੱਥੋਂ ਦੇ ਟ੍ਰੇਡਰਾਂ ਨੂੰ ਇੱਥੋਂ ਦੇ ਐਕਸਪੋਰਟਰਾਂ ਨੂੰ ਉਹ ਵੇਚ ਦਿੰਦੇ ਨੇ ਇਹ ਹੈਗਾ ਇੱਕ ਤਰ੍ਹਾਂ ਦਾ ਇਹਨੂੰ ਕਹਿੰਦੇ ਬਿੱਲ ਸਵੈਪਿੰਗ ਜਿਹੜਾ ਦੂਜਾ ਹੈਗਾ ਆਰਗੇਨਾਈਜ਼ਡ ਕ੍ਰਾਈਮ ਨਹੀਂ ਇਹ ਬਿੱਲ ਸਵੈਪਿੰਗ ਹੈ ਬਿੱਲ ਸਵੈਪਿੰਗ ਦੇ ਵਿੱਚ ਕੀ ਹੁੰਦਾ ਕਿ ਮਾਲ ਤੁਸੀਂ ਲੈ ਲਿਆ ਬਿੱਲ ਉਹਨੂੰ ਦੇ ਦਿੱਤਾ ਉਹਨੇ ਸਰਕਾਰ ਤੋਂ ਉਹਦਾ ਕਲੇਮ ਲੈ ਲਿਆ ਇਹ ਹੈਗਾ ਬਿੱਲ ਸਵੈਪਿੰਗ ਦੂਜਾ ਜਿਹੜਾ ਇਹਦੇ ਨਾਲੋਂ ਘਿਨਾਉਣਾ ਰੂਪ ਹੈ ਉਹ ਹੈਗਾ ਕਿ ਬਿੱਲ ਹੀ ਕੱਟ ਦੇਣਾ ਨਾ ਕੋਈ ਸਰਕਾਰ ਨੂੰ ਟੈਕਸ ਜਮ੍ਹਾਂ ਕਰਾਉਣਾ ਉਹਦੇ 'ਚ ਇਹਨਾਂ ਨੇ ਆਪਣੀਆਂ 3-4 ਕੰਪਨੀਆਂ ਖੁੱਲ੍ਹੀਆਂ ਹੁੰਦੀਆਂ A B ਨੂੰ ਕੱਟ ਦਿੰਦਾ B C ਨੂੰ ਕੱਟ ਦਿੰਦਾ C ਤੋਂ ਇਹ ਬਿੱਲ ਬਾਹਰ ਕੱਢ ਦਿੰਦੇ ਨੇ ਜਦੋਂ ਉਹਦੀ ਪਰਚੇਜ ਚੈੱਕ ਕਰਦੇ ਆ ਤਾਂ B ਤੋਂ ਬਿੱਲ ਆਇਆ ਹੁੰਦਾ ਇਸ ਕਰਕੇ ਡਿਪਾਰਟਮੈਂਟ ਕਿਤੇ ਨਾ ਕਿਤੇ ਉਸ ਜਗ੍ਹਾ ਤੇ ਰੁਕ ਜਾਂਦਾ ਸਿਸਟਮ ਦੀ ਨਲਾਇਕੀਆਂ ਨੂੰ ਵੀ ਕਿਤੇ ਨਾ ਕਿਤੇ ਇਸ ਪੂਰਾ ਯੂਜ਼ ਕੀਤਾ ਜਾ ਰਿਹਾ ਕਿਉਂਕਿ 3-4 ਜੇ ਰਾਊਂਡ ਤੋਂ ਬਾਅਦ ਬਿੱਲ ਬਾਹਰ ਕੱਟਿਆ ਜਾ ਰਿਹਾ 4 ਜਗ੍ਹਾ ਤੇ ਫਰਜ਼ੀ ਬਿੱਲ ਤੋਂ ਬਾਅਦ ਤੋਂ ਉਹ ਬੈਕ ਐਂਡ ਤੇ 3 ਜਾਂ 4 ਜਗ੍ਹਾ ਤੇ ਹੀ ਦੇਖਿਆ ਜਾ ਸਕਦਾ ਹੈ ਔਰ ਜਦ ਤੱਕ ਸਿਸਟਮ ਦੇ ਜੇ ਕੋਈ ਕਾਰਵਾਈ ਕਰਨਾ ਵੀ ਚਾਹੁੰਦਾ ਹੋਏਗਾ ਤੇ 4-5ਵੇਂ ਤੇ ਜਦ ਤੱਕ ਵਾਰੀ ਆਉਂਦੀ ਉਦੋਂ ਤੱਕ ਜੋ ਕਰੋੜਾਂ ਰੁਪਏ ਗਮਨ ਕਰਕੇ ਨਿਕਲ ਚੁੱਕਾ ਹੁੰਦਾ ਤੁਸੀਂ ਯਕੀਨ ਕਰੋ ਮੈਂ ਉਹਨਾਂ ਲੋਕਾਂ ਦੀਆਂ ਤੁਹਾਨੂੰ ਇੱਥੇ ਕੋਠੀਆਂ ਦਿਖਾ ਦਿੰਨਾ ਜਿਹੜੇ ਲੋਕ ਇਸ ਧੰਦੇ 'ਚ ਰਹੇ ਨੇ ਬੜੀਆਂ ਆਲੀਸ਼ਾਨ ਕੋਠੀਆਂ 'ਚ ਰਹਿੰਦੇ ਨੇ ਔਰ ਦੁਨੀਆ ਦੀ ਜਿਹੜੀਆਂ ਟੌਪ ਮੋਸਟ ਕਾਰਾਂ ਨੇ ਜਿਨ੍ਹਾਂ ਦੀ ਕੀ ਰੇਂਜ ਹੀ ਸ਼ਾਇਦ 1.5 ਕਰੋੜ ਤੋਂ ਸ਼ੁਰੂ ਹੁੰਦੀ ਹੈ ਅੱਜ ਵੀ ਉਹਨਾਂ ਲੋਕਾਂ ਕੋਲੇ ਕਿਉਂਕਿ ਇਸ ਧੰਦੇ ਦੇ ਵਿੱਚ ਸਿਰਫ ਮੁਨਾਫਾ ਹੀ ਮੁਨਾਫਾ ਨਾ ਕੋਈ ਇਨਵੈਸਟਮੈਂਟ ਹੈ ਨਾ ਕੋਈ ਕੁਛ ਹੈ ਸਿਰਫ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਤੁਸੀਂ ਇੱਕ ਅੱਧਾ ਅਫਸਰ ਆਪਣੇ ਹੱਥ 'ਚ ਕਰਕੇ ਰੱਖਣਾ ਜਿਹੜਾ ਕਿ ਤੁਹਾਨੂੰ ਇਸ ਕੰਮ ਤੋਂ ਬਚਾ ਸਕੇ ਜਾਂ ਤੁਹਾਨੂੰ ਮੌਕੇ ਤੇ ਸੂਚਨਾ ਦੇ ਸਕੇ ਜਾਂ ਤੁਹਾਨੂੰ ਇਹ ਦੱਸ ਸਕੇ ਕਿ ਤੁਹਾਡਾ ਜੇ ਕਿਤੇ ਫਸ ਜਾਓ ਤਾਂ ਤੁਹਾਨੂੰ ਉਸ ਸਿਸਟਮ 'ਚੋਂ ਕਢਵਾ ਸਕੇ ਔਰ ਜੇ ਬਾਜ਼ਾਰ 'ਚ ਚਰਚਾ ਹੈ ਕਿ ਕਈ ਅਧਿਕਾਰੀ ਜਿਹੜੇ ਇਸ ਸਿਸਟਮ ਦੇ ਵਿੱਚ ਜਿਨ੍ਹਾਂ ਨੇ ਬੰਦਿਆਂ ਨੂੰ ਫੜਿਆ ਸੀ ਬਾਅਦ 'ਚੋਂ ਸਿਸਟਮ ਨਾ ਤਾਂ ਉਹਨਾਂ ਤੋਂ ਰਿਕਵਰੀ ਤਾਂ ਹੋਈ ਨਹੀਂ ਅੱਜ ਤੱਕ ਕਦੀ ਕਿਸੇ ਤੋਂ ਤੇ ਉਹ ਅਧਿਕਾਰੀਆਂ ਨੇ ਕਿਸੇ ਨੇ ਮੁੱਲਾਪੁਰ ਕਿਸੇ ਨੇ ਚੰਡੀਗੜ੍ਹ ਦੇ ਨੇੜੇ ਕਿਸੇ ਨੇ ਕਿੱਥੇ 20-25 ਕਰੋੜ ਦੀਆਂ ਕੋਠੀਆਂ ਹੀ ਪਾ ਲਈਆਂ ਹੈਗੀਆਂ ਇਹੋ ਜਿਹੀ ਵੀ ਚਰਚਾਵਾਂ ਹੈਗੀਆਂ ਬਹੁਤ ਸਰ ਤੁਸੀਂ ਇੱਕ 20-25 ਕਰੋੜ ਨਹੀਂ ਹੈ ਜੇ ਅੱਜ CBI ਦੀ ਇਨਵੈਸਟੀਗੇਸ਼ਨ ਹੋ ਜੇ ਨਾ ਜੀ ਅਸੀਂ ਡਿਮਾਂਡ ਕੀਤੀ ਸੀ 2014 ਤੋਂ ਮੰਗ ਕਰਦੇ ਆ ਰਹੇ ਹਾਂ ਕਿ ਇਸ ਬੋਗਸ ਬਿਲਿੰਗ ਘੁਟਾਲੇ ਦੀ ਜਾਂਚ ਜਿਹੜੀ ਹੈ ਉਹ CBI ਤੋਂ ਹੋਣੀ ਚਾਹੀਦੀ ਹੈ ਕਿਸੇ
ਵਿਜੀਲੈਂਸ ਡਿਪਾਰਟਮੈਂਟ ਤੋਂ ਨਹੀਂ ਹੋਣੀ ਚਾਹੀਦੀ, ਕਿਉਂਕਿ ਗੱਲ ਇਹ ਹੈ ਕਿ ਜੇ ਅਸੀਂ ਨਿਚੋੜ ਤੱਕ ਪਹੁੰਚਣਾ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕਿਹੜੇ ਅਫਸਰਾਂ ਨੇ ਕਿਹੜੇ ਬੰਦੇ ਨੂੰ ਆਪ ਹੀ ਨੰਬਰ ਦਵਾਇਆ, ਆਪ ਹੀ ਘੁਟਾਲਾ ਕਰਾਇਆ ਤੇ ਆਪ ਅਫਸਰ ਆਪ ਹੀ ਨੰਬਰ ਦਵਾ ਰਹੇ ਹੈ। ਸਰ ਤੁਸੀਂ ਜਦੋਂ ਇਨਵੈਸਟੀਗੇਸ਼ਨ ਹੁੰਦੀ ਆ ਅਗਲੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਇੱਕ 10 ਬਾਈ 10 ਗਜ ਦੀ 10 ਫੁੱਟ ਦੀ ਦੁਕਾਨ ਦੇ ਵਿੱਚ 100 ਕਰੋੜ ਦੀ ਟਰਨਓਵਰ ਬੰਦਾ ਕਿੱਦਾਂ ਕਰ ਜਾਂਦਾ। ਅੱਜ ਇੱਕ 50 ਰੁਪਏ ਦਾ ਜੇ ਰਿਫੰਡ ਲੈਣਾ ਹੁੰਦਾ, ਅੱਜ ਤੁਹਾਨੂੰ ਅਫਸਰਾਂ ਦੀਆਂ ਮਿਹਨਤਾਂ ਕਰਨੀਆਂ ਪੈਂਦੀਆਂ। ਜਿਹੜੇ ਇਮਾਨਦਾਰ ਲੋਕ ਹੈ ਉਹ ਅੱਜ ਆਪਣੇ 1000 2-2000 ਦੇ ਰਿਫੰਡ ਵਾਸਤੇ ਇੱਕ ਪਰਚੀ ਚੱਕ ਕੇ ਉਹਨਾਂ ਕੋਲ ਜਾਂਦੇ ਆ ਕਿ ਇਹ ਸਾਡਾ ਪ੍ਰੂਫ ਹੈ, ਆ ਮਾਲ ਦੇਣ ਦਾ ਪ੍ਰੂਫ ਹੈ, ਸਾਡੇ ਮਾਲ ਲੈਣ ਦਾ ਪ੍ਰੂਫ ਹੈ। ਔਰ ਜਿਹੜੇ ਲੋਕ 500 ਕਰੋੜ ਦੇ ਘੁਟਾਲੇ ਕਰਕੇ ਇਹਨਾਂ ਨੇ ਉਹਨਾਂ ਦੇ ਦਫ਼ਤਰ ਤੱਕ ਨਹੀਂ ਦੇਖੇ ਜਾ ਕੇ। ਇਸ ਕਰਕੇ ਕਿਤੇ ਨਾ ਕਿਤੇ ਬਿਨਾਂ ਜਿੰਨੀ ਇਹਦੇ ਚ ਲਾਗ ਹੈ ਜਾਂ ਜੋ ਵੀ ਇਹਨਾਂ ਦਾ ਸਿਸਟਮ ਹੈ ਉਸ ਤੋਂ ਬਿਨਾਂ ਏਡੀ ਵੱਡੀ ਵਾਰਦਾਤਾਂ ਨਹੀਂ ਸੀ ਹੋ ਸਕਦੀਆਂ। ਅੱਜ ਬੈਂਕ ਵੀ ਇਸ 'ਚ ਇਨਵੋਲਵ ਰਹੇ ਆ। ਬੈਂਕਾਂ ਦੇ ਵਿੱਚ 100 ਕਰੋੜ ਰੁਪਏ ਕੈਸ਼ ਜਮ੍ਹਾਂ ਹੋਇਆ, ਜਦ ਕਿ ਬੈਂਕਾਂ ਦੇ ਰੂਲ ਸੀ ਕਿ ਤੁਸੀਂ 10 ਲੱਖ 5 ਲੱਖ 2 ਲੱਖ ਤੋਂ ਵੱਧ ਤੁਸੀਂ ਕੈਸ਼ ਜਮ੍ਹਾਂ ਕਰਾਣੇ ਤਾਂ ਤੁਸੀਂ ਉਹਦੇ ਰਡਾਰ 'ਚ ਆ ਜਾਂਦੇ ਹੋ। ਅੱਜ ਜਿੰਨਾ ਪੈਸਾ, ਕਿਉਂਕਿ ਐਂਟਰੀਆਂ ਘੁੰਮੀਆਂ ਇਹਦੀਆਂ, ਇਹਦਾ ਸਿਸਟਮ ਕੀ ਹੈ ਕਿ ਜਦੋਂ ਤੁਸੀਂ ਬਿੱਲ ਕੱਟ ਦਿੰਦੇ ਹੋ, ਉਹ ਬਿੱਲ ਜਿਹੜਾ ਲੈਂਦਾ ਬੰਦਾ ਉਹ ਤੁਹਾਨੂੰ ਚੈੱਕ ਦੇ ਦਿੰਦਾ, ਤੁਸੀਂ ਉਹਨੂੰ ਕੈਸ਼ ਦੇ ਦਿੰਦੇ ਹੋ ਤੇ ਤੁਹਾਨੂੰ ਉਹ ਟੈਕਸ ਦੇ ਦਿੰਦਾ। ਉਹ ਜਿਹੜਾ ਕਰੋੜਾਂ ਦਾ ਕੈਸ਼ ਹੈ, ਜਿਹੜਾ ਕਰੋੜਾਂ ਦਾ ਕੈਸ਼ ਹੈ ਉਹ ਬੈਂਕਾਂ ਦੇ ਵਿੱਚ ਕਿੱਦਾਂ ਜਮ੍ਹਾਂ ਹੋ ਗਿਆ ਔਰ ਬੈਂਕ ਮੈਨੇਜਰ ਤੱਕ ਇਹਦੇ ਨਾਲ ਇਨਵੋਲਵ ਰਹੇ ਆ। ਇਹ ਪੂਰਾ ਇੱਕ ਆਰਗੇਨਾਈਜ਼ਡ ਕ੍ਰਾਈਮ ਹੈ। ਇਹ ਕੋਈ ਦੁਕਾਨਦਾਰੀ ਵਾਲਾ ਧੰਦਾ ਨਹੀਂ ਹੈ। ਜਿੰਨੀ ਦੇਰ ਤੱਕ ਤੁਹਾਡੇ ਕੋਲ ਕੋਈ ਹੱਥ 'ਚ ਆਫੀਸਰ ਨਾ ਹੋਵੇ, ਤੁਸੀਂ 500 600 ਕਰੋੜ ਦੀ ਬੋਗਸ ਬਿਲਿੰਗ, ਹੌਸਲਾ ਹੀ ਨਹੀਂ ਹੋ ਸਕਦਾ। ਹੌਸਲਾ। ਔਰ ਜਿੰਨੇ ਵੀ ਵੱਡੇ ਕ੍ਰਾਈਮ ਪਕੜੇ ਗਏ ਆ ਇਹ ਸੈਂਟਰਲ GST ਨੇ ਪਕੜੇ। ਇਹ ਇੱਕ ਹੋਰ ਚੀਜ਼ 'ਤੇ ਸਵਾਲ ਆ ਰਿਹਾ ਕਿ ਇਹ 500 ਤੋਂ 600 ਕਰੋੜ ਰੁਪਏ ਦਾ ਕ੍ਰਾਈਮ ਕਰਨ ਲਈ ਕਿੰਨਾ ਕੁ ਟਾਈਮ ਲੱਗਦਾ ਹੈ? ਇੱਕ ਸਰ ਇਹ ਬੋਗਸ ਬਿਲਿੰਗ ਵਾਲਿਆਂ ਤੇ ਡਿਪੈਂਡ ਕਰਦਾ ਜੀ। ਮੇਰੇ ਹਿਸਾਬ ਨਾਲ 5-6 ਮਹੀਨੇ 'ਚ ਕਰ ਲੈਂਦੇ। ਮਤਲਬ 6 ਮਹੀਨੇ 'ਚ 500 ਕਰੋੜਪਤੀ। 6 ਮਹੀਨੇ 'ਚ 500, ਕਿਉਂਕਿ ਦੇਣਾ ਤਾਂ ਆਪਾਂ ਕਿਸੇ ਨੂੰ ਹੈ ਹੀ ਨਹੀਂ। ਇਹ 500 ਕਰੋੜ ਦੇ ਵਿੱਚ ਜਿਹੜੀ ਟੈਕਸ ਇਨਵੋਲਵ ਹੁੰਦਾ ਉਹ ਸਮਝ ਲਓ 90 ਕਰੋੜ ਦੇ ਆਸ-ਪਾਸ ਦਾ ਟੈਕਸ ਇਨਵੋਲਵ ਹੁੰਦਾ ਜੇ ਅਸੀਂ 18% ਦੀ ਚਲੋ ਲਈਏ। ਮੈਂ ਫਿਰ ਇਹਨੂੰ ਇਦਾਂ ਮੈਂ ਥੋੜਾ ਜਿਹਾ ਅਲਫਾਜ਼ ਸੁਧਾਰ ਲੈਣਾ ਕਿ 6 ਮਹੀਨੇ 'ਚ 600 ਕਰੋੜ ਦੀ ਟਰਨਓਵਰ, 100 ਕਰੋੜ ਦਾ ਪ੍ਰੋਫਿਟ। 100 ਕਰੋੜ ਚੋਂ ਸੈਟਲ ਕਰਦੇ ਨੇ ਕਿ ਉਹਨਾਂ ਨੇ 50 ਲੈਣਾ 50 ਛੱਡਣਾ। ਲੇਕਿਨ ਮਸਲਾ ਇਸ ਗੱਲ ਦਾ ਹੈ ਕਿ ਇਹਦਾ ਨਤੀਜਾ ਕੌਣ ਭੁਗਤ ਰਿਹਾ? ਇਹਦਾ ਨਤੀਜਾ ਜੋ ਲੋਕ ਭੁਗਤ ਰਹੇ ਨੇ ਜਿਨ੍ਹਾਂ ਕੋਲ ਕਿਤੇ ਨਾ ਕਿਤੇ ਟਰੈਵਲ ਕਰਦੇ ਹੋਏ ਉਹ ਬਿੱਲ ਆ ਗਏ, ਉਹ ਇਨੋਸੈਂਟ ਲੋਕ ਸੀ। ਅੱਜ ਉਹ ਡਬਲ ਫਸ ਗਏ। ਉਹਨਾਂ ਨੇ ਟੈਕਸ ਉਹਨਾਂ ਲੋਕਾਂ ਨੂੰ ਵੀ ਦਿੱਤਾ ਜਿਨ੍ਹਾਂ ਤੋਂ ਬਿੱਲ ਆਏ, ਔਰ ਅੱਜ ਡਿਪਾਰਟਮੈਂਟ ਨੇ ਉਹਨਾਂ ਲੋਕਾਂ ਨੂੰ ਭਜਾ ਦਿੱਤਾ ਜਿਨ੍ਹਾਂ ਤੋਂ ਰਿਕਵਰੀਆਂ ਕਰਨੀਆਂ ਸੀ। ਔਰ ਉਹਨਾਂ ਦੇ ਜਿਹੜੇ ਨੋਟਿਸਿਸ ਜਿਹੜੇ ਜੈਨੂਅਲ ਸੀ ਉਹਨਾਂ ਨੂੰ ਡਬਲ, ਉਹਨਾਂ ਤੋਂ ਉਹ ਵੀ ਉਹਨਾਂ ਤੋਂ ਪੈਨਲਟੀ। ਅੱਜ ਗੋਬਿੰਦਗੜ੍ਹ ਮੰਡੀ ਦੀ ਇੱਕ ਫਰਨੈਸ, ਇੱਕ ਰੋਲਿੰਗ ਮਿਲ, ਲੁਧਿਆਣੇ ਦੀ ਇੱਕ ਫਰਨੈਸ, ਇੱਕ ਰੋਲਿੰਗ ਮਿਲ ਤੋਂ ਕਰੋੜਾਂ ਰੁਪਏ ਦੇ ਨੋਟਿਸਿਸ ਭੇਜੇ ਗਏ ਨੇ, ਜਦ ਕਿ ਇਹਨਾਂ ਨੂੰ ਪਤਾ ਨਹੀਂ ਸੀ ਕਿ ਜਿਹੜੇ ਯੂਪੀ ਦੇ ਵਿੱਚ MP ਦੇ ਵਿੱਚ ਜਾ ਰਿਹਾ ਕਿ ਬਹੁਤ ਵੱਡੀਆਂ ਸੰਸਥਾਵਾਂ ਦੇ, ਖਾਸ ਕਰਕੇ ਸਟੀਲ ਫਰਨਸਾਂ ਦੇ ਜਾਂ ਹੋਰ ਮੰਡੀ ਦੇ ਜਾਂ ਲੁਧਿਆਣੇ ਦੇ ਕਈ ਸੰਸਥਾਵਾਂ ਦੇ ਜਿਹੜੇ ਪ੍ਰਧਾਨ ਹੈਗੇ ਆ ਉਹ ਵੀ ਇਹਨਾਂ ਦੇ ਵਿੱਚ ਸ਼ਾਮਲ ਹੈਗੇ ਆ। ਕਿਹਾ ਜਾ ਰਿਹਾ, ਕਹਿੰਦੇ ਲੋਕ ਕਹਿ ਰਹੇ ਆ, ਮੈਂ ਤਾਂ ਤੁਹਾਡੇ ਤੋਂ ਪੁੱਛ ਰਿਹਾ ਕਿ ਕਹਿੰਦੇ ਜੀ ਉਹ ਜਿਹੜੀ ਫਰਨਸਾਂ ਦੀ ਕਪੈਸਿਟੀ ਹੈ ਉਹ ਸ਼ਾਇਦ 10 ਟਨ ਦੀ ਜਾਂ 20 ਟਨ ਦੀ ਜਾਂ 50 ਟਨ ਦੀ ਹੈ, ਉਹ ਸੇਲ ਕਰਦੇ ਪਏ ਆ 200 ਟਨ। ਮਤਲਬ ਇਹ ਕਿੱਦਾਂ ਪੋਸੀਬਲ ਹੈ? ਦੇਖੋ ਗੱਲ ਇਹ ਹੈ ਕਿ ਉਹ 10 ਟਨ ਨਹੀਂ, ਸ਼ਾਇਦ 10,000 ਟਨ ਦੀ ਇੱਕ ਪੋਲੂਸ਼ਨ ਕੰਟਰੋਲ ਬੋਰਡ ਦਾ ਕੋਈ ਰੂਲ ਹੈ, ਕੋਈ ਉਸ ਤਰ੍ਹਾਂ ਦਾ ਰੂਲ ਆਇਆ ਹੋਇਆ। ਲੇਕਿਨ ਉਹਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਨਹੀਂ, ਕਿਉਂਕਿ ਉਹ ਟ੍ਰੇਡਿੰਗ ਵੀ ਕਰ ਸਕਦੇ। ਜੇ ਉਹਨਾਂ ਨੇ ਕੋਈ ਹੇਰਾਫੇਰੀ ਕਰਨੀ ਹੈ ਤਾਂ ਉਹ ਦਿਖਾ ਸਕਦੇ ਨੇ ਕਿ 10,000 ਟਨ ਅਸੀਂ ਮੈਨੂਫੈਕਚਰਿੰਗ ਕਰ ਦਿੱਤੇ। ਦੱਸੋ, ਟ੍ਰੇਡਿੰਗ ਦੇ ਵਿੱਚ ਜੇ ਤੁਹਾਨੂੰ ਮੁਨਾਫਾ ਹੋ ਰਿਹਾ ਹੈ ਔਰ ਆਪ ਬਣਾ ਕੇ ਤੁਹਾਡਾ ਨੁਕਸਾਨ ਹੋ ਰਿਹਾ, ਫਿਰ ਬੰਦਾ ਬਣਾਊਗਾ ਕਿਉਂ? ਫਿਰ ਟ੍ਰੇਡਿੰਗ ਹੀ ਕਰ ਲੂਗਾ। ਸੰਦੀਪ ਜੀ, ਜਿਸ ਬੰਦੇ ਨੇ ਕਾਰੋਬਾਰ ਕਰਨਾ ਹੈ ਉਹ ਬੋਗਸ ਬਿਲਿੰਗ ਨਹੀਂ ਕਰੇਗਾ, ਕਿਉਂਕਿ ਇਹ ਉਹਨਾਂ ਲੋਕਾਂ ਦੇ ਜਿਹੜੇ ਲੋਕ ਕ੍ਰਿਮੀਨਲ ਨੇਚਰ ਦੇ ਨੇ, ਜਿਹੜੇ ਲੋਕਾਂ ਨੂੰ ਪਤਾ ਕਿ ਅਸੀਂ ਕੱਲ ਨੂੰ ਕੁੱਟਮਾਰ ਵੀ ਹੁੰਦੀਆਂ। ਹੁਣ ਤੁਸੀਂ ਕੱਲ ਪਰਸੋਂ ਦੇਖਿਆ ਹੋਵੇਗਾ ਸੜਕਾਂ ਦੇ ਉੱਪਰ ਇੱਕ ਦੂਜੇ ਨੂੰ ਗੋਲੀਆਂ ਵੀ ਚੱਲੀਆਂ ਨੇ। ਇਸ ਤੋਂ ਪਹਿਲਾਂ ਹਮਲੇ ਵੀ ਹੋਏ ਆ। ਮੇਰੇ ਤੇ ਖੁਦ ਤੇ 2-3 ਅਟੈਕ ਇਹਨਾਂ ਬੋਗਸ ਬਿਲਿੰਗ ਵਾਲਿਆਂ ਨੇ ਕੀਤੇ ਨੇ। ਇਸ ਕਰਕੇ ਇਹ ਲੋਕ ਜਿਹੜੇ ਕ੍ਰਿਮੀਨਲ ਨੇਚਰ ਦੇ ਨੇ, ਸੈਂਟਰ GST ਵਾਲੇ ਗਏ ਸੀਗੇ ਮੇਰੇ ਖਿਆਲ ਫਲਾਵਰ ਐਨਕਲੇਵ ਦੇ ਵਿੱਚ, ਉੱਥੇ ਵੀ ਉਹਨਾਂ ਦੇ ਵੀ ਅਟੈਕ ਹੋਇਆ ਸੀਗਾ। ਇਸ ਕਰਕੇ ਜਿਹੜਾ ਇਹ ਕੰਮ ਹੈ ਇਹ ਕ੍ਰਿਮੀਨਲ ਨੇਚਰ ਹੈ। ਉਹ ਲੋਕ ਹੁਣ ਡਰ ਤੋਂ ਬਾਹਰ ਨਿਕਲ ਗਏ। ਉਹਨਾਂ ਨੇ ਗੁੰਡੇ ਪਾਲ ਲਏ ਨੇ, ਉਹਨਾਂ ਨੇ ਪੈਸਾ ਇੰਨਾ ਆ ਗਿਆ, ਉਹਨਾਂ ਨੇ ਗੁਰਗੇ ਪਾਲ ਲਏ। ਉਹਨਾਂ ਕੋਲ ਅੱਜ ਪੂਰੀ ਦੁਨੀਆ ਦੇ ਵੀਜ਼ੇ ਪਏ ਨੇ। ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ, ਜਹਾਜ਼ ਫੜਦੇ ਆ, ਕਿਸੇ ਕੰਟਰੀ 'ਚ ਨਿਕਲ ਜਾਂਦੇ ਆ, ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ। ਲੇਕਿਨ ਹੈਰਾਨੀ ਦੀ ਗੱਲ ਇਹ ਹੈ, ਜਿਸ ਤੇਜ਼ੀ ਨਾਲ ਤਰੱਕੀ ਕਰ ਰਹੇ ਹੋ ਸਕਦਾ ਥੋੜੀ ਦੇਰ ਤੱਕ ਆਪਣੇ ਚੌਪਰ ਵੀ ਲੈ ਲੈਣ ਤੇ ਸਿੱਧਾ। ਸਾਨੂੰ ਇਸ ਗੱਲ ਤੇ ਹੈਰਾਨੀ ਆਉਂਦੀ ਹੈ ਕਿ ਜਿਸ ਪ੍ਰਦੇਸ਼ ਦੇ ਵਿੱਚ ਇਹ ਅਰਬਾਂ ਦਾ ਘੁਟਾਲਾ ਹੋ ਗਿਆ, ਉੱਥੇ ਇੱਕ ਅਫਸਰ ਤੱਕ ਨੂੰ ਇਹਨਾਂ ਨੇ ਅੰਦਰ ਨਹੀਂ ਕੀਤਾ। ਬਿਲਕੁਲ ਠੀਕ ਹੈ। ਤੁਸੀਂ ਗੋਬਿੰਦਗੜ੍ਹ, ਲੁਧਿਆਣਾ ਦੇ ਵਿੱਚ ਤੇ ਅੰਮ੍ਰਿਤਸਰ ਦੇ ਵਿੱਚ ਅੱਜ ਮੈਂ ਕਹਿ ਰਿਹਾ ਕਿ 20,000 ਕਰੋੜ ਦੀ ਟੈਕਸ ਚੋਰੀ ਹੈ। ਅੱਜ ਇੰਨੀ ਟੈਕਸ ਚੋਰੀ ਤੋਂ ਬਾਅਦ ਅਸੀਂ ਕਹਿ ਰਹੇ ਕਿ ਉਹ ਬੰਦੇ ਫੜੇ ਗਏ। ਤੁਸੀਂ 5 ਸਾਲ ਬਾਅਦ 6 ਸਾਲ ਬਾਅਦ ਉਹਨਾਂ ਨੂੰ ਫੜ ਲਿਆ, ਕੀ ਬਹਾਦਰੀ ਕਰ ਦਿੱਤੀ?
ਤੁਸੀਂ ਜੇ ਪਹਿਲਾਂ ਫੜਿਆ ਨਹੀਂ ਤਾਂ ਕਿਉਂ ਨਹੀਂ ਫੜਿਆ। ਔਰ ਦੂਸਰੀ ਗੱਲ ਹੈ ਕਿ ਜਿਹੜੀ ਪਾਸਿੰਗ ਹੋਈ ਹੈ ਆ ਪਾਸਰ ਫੜੇ ਗਏ ਨੇ ਸ਼ਰੇਆਮ ਆਫਟਰ ਆਲ ਕਿਸੇ ਦੀ ਜਵਾਬਦੇਹੀ ਤਾਂ ਹੋਣੀ ਚਾਹੀਦੀ ਕਿਸੇ ਦੀ ਜਵਾਬਦੇਹੀ ਤੈਅ ਨਹੀਂ ਹੋਈ ਔਰ ਹਰ ਅਫਸਰ ਨੂੰ ਆਊਟ ਆਫ ਦਾ ਟਰਮ ਪ੍ਰਮੋਸ਼ਨ ਦਿੱਤੀ ਗਈ ਹੈ। ਇਸ ਕਰਕੇ ਇਹ ਡਿਪਾਰਟਮੈਂਟ ਨੂੰ ਚਾਹੀਦਾ, ਸਰਕਾਰ ਜੇ ਇਮਾਨਦਾਰ ਆਈ ਹੈ ਤਾਂ ਪਹਿਲਾਂ ਉਹ ਆਪਣੇ ਡਿਪਾਰਟਮੈਂਟ ਦੀਆਂ ਕਾਲੀਆਂ ਭੇਡਾਂ ਨੂੰ ਚੈੱਕ ਕਰ ਲੇ, ਕਿਉਂਕਿ ਜਿੰਨੀ ਦੇਰ ਤੱਕ ਉਹ ਚੈੱਕ ਨਹੀਂ ਹੋਣਗੀਆਂ ਉਹ ਚੈੱਕ ਨਹੀਂ ਹੋਣਗੀਆਂ ਤੇ ਇਹ ਖਦਸ਼ਾ ਬਣਿਆ ਰਹੇਗਾ ਕਿ ਕੱਲ ਨੂੰ ਕੋਈ ਹੋਰ ਹੈਪੀ ਨਾਗਪਾਲ ਵੀ ਪੈਦਾ ਹੋ ਸਕਦਾ। ਜੀ ਮੈਂ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗਾ, ਕਿਹਾ ਜਾ ਰਿਹਾ ਬਦੀਸ਼ ਜੀ ਕਿ ਮਤਲਬ ਅਕਸਰ ਤੁਸੀਂ ਲੰਬੇ ਸਮੇਂ ਤੋਂ ਇਸ 'ਚ ਰੌਲਾ ਪਾ ਰਹੇ ਹੋ, ਪਰ ਲੋਕਾਂ 'ਚ ਇਹੋ ਜਿਹੀਆਂ ਚਰਚਾ ਕਿ ਬਦੀਸ਼ ਜੀ ਦਾ ਆਪਣਾ ਹੱਥ ਨਹੀਂ ਪੈਂਦਾ, ਉਹ ਸੋਚਦੇ ਕਿ ਆਪ ਖਿਸਿਆਨੀ ਬਿੱਲੀ ਖੰਭਾ ਨੋਚੇ ਕਰਨਾ ਤਾਂ ਆਪ ਚਾਹੁੰਦੇ ਸੀ, ਆਪ ਨੂੰ ਅਪਰਚੁਨਿਟੀ ਨਹੀਂ ਮਿਲ ਰਹੀ, ਹੁਣ ਕਹਿੰਦੇ ਜਿਹੜੇ ਬਾਕੀ ਕਿਉਂ ਕਮਾਈ ਜਾਣ। ਦੇਖੋ ਸੰਦੀਪ ਜੀ, ਮੈਂ 2012 ਚ ਲੱਗ ਗਿਆ ਸੀ। ਉਦੋਂ ਤੋਂ ਅੱਜ ਤੱਕ ਮੌਕਾ ਹੀ ਨਹੀਂ ਮਿਲਿਆ, ਹੱਥ ਹੀ ਨਹੀਂ ਪਿਆ। ਨਹੀਂ 2012 ਦੇ ਵਿੱਚ ਮੈਂ ਪਹਿਲੀ ਵਾਰ ਜਿਹੜਾ ਇਹਦੇ ਖਿਲਾਫ ਆਵਾਜ਼ ਚੁੱਕੀ ਸੀ। ਅੱਜ ਲਗਭਗ 10 ਸਾਲ ਹੋ ਗਏ ਸਾਨੂੰ। ਜਾਂ 2011 ਕਿੰਨੇ ਸੌ ਕਰੋੜਪਤੀ ਹੋ ਜਾਣਾ ਸੀ। 2011 ਚ ਚੱਕੀ ਸੀ। 6 ਮਹੀਨੇ ਦੀ ਗੱਲ ਕਰੀਏ, 6 ਮਹੀਨੇ ਚ 600 ਕਰੋੜ ਕਰਕੇ 2011 ਚ ਚੱਕੀ ਸੀ। ਉਹਦਾ ਕਾਰਨ ਇਹ ਸੀਗਾ ਕਿ ਸਾਡੇ ਬੱਚੇ ਇੱਥੇ ਰਹਿਣਾ ਨਹੀਂ ਚਾਹੁੰਦੇ। ਅੱਜ ਪੰਜਾਬ ਦਾ ਯੂਥ ਬਾਹਰ ਕਿਉਂ ਜਾ ਰਿਹਾ? ਕਿਉਂਕਿ ਇਹ ਕਰਪਟ ਸਟੇਟ ਬਣਦਾ ਜਾ ਰਿਹਾ। ਇੱਥੇ ਤੁਸੀਂ ਰਹਿਣਾ ਹੈ ਤਾਂ ਤੁਹਾਨੂੰ ਕ੍ਰਾਈਮ ਕਰਨਾ ਪੈਣਾ, 2 ਨੰਬਰ ਦੇ ਧੰਦੇ ਕਰਨੇ ਪੈਣੇ ਨੇ, 2 ਨੰਬਰ ਦੇ ਬਿਜ਼ਨਸ ਦੇ ਮਾਹੌਲ ਦੇ ਵਿੱਚ ਰਹਿਣਾ ਪੈਣਾ। ਜਿਹੜੇ ਕਾਰਪੋਰੇਟਸ ਨੇ, ਜਿਹੜੇ ਬੜੇ ਘਰ ਨੇ, ਬਹੁਤ ਥੋੜੇ ਨੇ, ਉਹਨਾਂ ਦੇ ਬੱਚੇ ਨਹੀਂ ਬਾਹਰ ਜਾ ਰਹੇ। ਤੁਸੀਂ ਜੇ ਕੰਪੇਅਰ ਕਰੋਗੇ ਜਿਹੜੇ ਕਾਰਪੋਰੇਟਸ ਨੇ ਉਹਨਾਂ ਦੇ ਬੱਚੇ ਨਹੀਂ ਜਾ ਰਹੇ, ਕਿਉਂਕਿ ਇੱਕ ਆਰਗੇਨਾਈਜ਼ਡ ਬਿਜ਼ਨਸ ਹੈ। 99% ਬਿਜ਼ਨਸ ਜਿਹੜਾ ਪੰਜਾਬ ਦੇ ਵਿੱਚ ਉਹ ਅਨਆਰਗੇਨਾਈਜ਼ਡ ਹੈ ਔਰ ਉਹ 99% ਲੋਕਾਂ ਦੇ ਵਿੱਚੋਂ ਅੱਜ 40% ਲੋਕਾਂ ਦੇ ਬੱਚੇ ਬਾਹਰ ਜਾਣ ਦਾ ਕਾਰਨ ਕੀ ਹੈ ਕਿ ਇਹ ਮਾਹੌਲ ਹੀ ਖਰਾਬ ਹੁੰਦਾ ਜਾਂਦਾ। ਅਸੀਂ ਉਸ ਮਾਹੌਲ ਨੂੰ ਮਾਹੌਲ ਨੂੰ ਸੁਧਾਰਨਾ। ਅੱਜ ਤੁਸੀਂ ਇਮਾਨਦਾਰ ਬਣਨ ਦੀ ਲੱਖ ਕੋਸ਼ਿਸ਼ ਕਰ ਲਓ, ਤੁਹਾਡੇ ਆਂਢੀ ਗੁਆਂਢੀ ਜਦੋਂ 2 ਨੰਬਰ ਦਾ ਮਾਲ ਵੇਚਣਗੇ ਤਾਂ ਤੁਹਾਨੂੰ ਵੀ ਆਪਣਾ ਧਰਮ ਜਿਹੜਾ ਬਦਲਣਾ ਹੀ ਪਏਗਾ। ਇਹ ਜਿਹੜੀਆਂ ਚੀਜ਼ਾਂ ਨੇ, ਇਹ ਸਾਡਾ ਪਰਪਸ ਸੀ। ਅੱਜ ਸਾਡੇ ਤੇ ਅਟੈਕ ਹੋਏ, ਸਾਡੀਆਂ ਕਾਰਾਂ ਭੰਨੀਆਂ ਗਈਆਂ, ਸਭ ਕੁਝ ਹੋਏ। ਅੱਜ ਵੀ ਜੇ ਅਸੀਂ ਉਸੇ ਦਫ਼ਤਰ ਦੇ ਵਿੱਚ ਬੈਠੇ ਹਾਂ ਜਿੱਥੇ 25 ਸਾਲ ਪਹਿਲਾਂ ਬੈਠੇ ਸੀ ਤੇ 25 ਸਾਲ ਪਹਿਲਾਂ ਜਿਹੜੇ ਘਰ 'ਚ ਰਹਿੰਦੇ ਸੀ ਅੱਜ ਵੀ ਉੱਥੇ ਰਹਿ ਰਹੇ ਹਾਂ। ਇਸੇ ਕਰਕੇ ਰਹਿ ਰਹੇ ਹਾਂ ਕਿ ਅਸੀਂ, ਕਿਉਂਕਿ ਹੱਥ ਹੀ ਨਹੀਂ ਪਿਆ ਆਪਣਾ। ਨਹੀਂ ਹੱਥ ਨਹੀਂ, ਲੋਕੀ ਕਹਿ ਰਹੇ ਮੈਂ ਥੋੜੀ ਗੱਲ ਹੈ, ਜੇ ਹੱਥ ਪਾਉਣਾ ਹੁੰਦਾ ਸੰਦੀਪ ਜੀ ਤਾਂ ਹੱਥ ਪੈ ਸਕਦਾ ਸੀ। ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਸੀਗਾ, ਆਪਾਂ ਆਪ ਨਹੀਂ ਇਹ ਹੱਥ, ਕਿਉਂਕਿ ਉਹ ਮੁਸ਼ਕਲ ਨਹੀਂ ਹੈ। ਦੇਖੋ ਤੁਹਾਨੂੰ ਅੱਜ ਕਿਸੇ ਕ੍ਰਾਈਮ ਕਰਨ ਵਾਸਤੇ ਤੁਹਾਡੀ ਕੌਨਸ਼ੀਅਸ ਜਦੋਂ ਮਰਜ਼ੀ ਅਲਾਉ ਕਰਦੇ ਤਾਂ ਤੁਸੀਂ ਉਦੋਂ ਕਰੇ ਆਓ ਉਹਨੂੰ, ਲੇਕਿਨ ਉਹਦੇ ਵਾਸਤੇ ਤੁਹਾਡੀ ਕੌਸ਼ੀਅਸ ਅਲਾਉ ਕਰਨੀ ਚਾਹੀਦੀ ਹੈ। ਇਸ ਕਰਕੇ ਕੌਸ਼ੀਅਸ ਅਲਾਉ ਹੀ ਨਹੀਂ ਕਰਨੀ ਸਾਨੂੰ ਪਤਾ, ਕਿਉਂਕਿ ਅਸੀਂ ਉਸ ਗੁਰੂ ਦੇ ਚੇਲੇ ਆ ਵੀਪੀ ਚੋਪੜਾ ਜੀ ਦੇ ਨੇ, ਜਿਨ੍ਹਾਂ ਨੇ ਪੂਰੀ ਉਮਰ ਆਪਣੀ ਇਸੇ ਕੰਮ 'ਚ ਨਿਕਾਲ ਲਈ। ਉਹ ਜਾਣ ਲੱਗੇ ਖਾਲੀ ਹੱਥ ਗਏ ਨੇ। ਇਸ ਕਰਕੇ ਉਹ ਸਿਸਟਮ ਨੂੰ ਅਸੀਂ ਨਹੀਂ ਬਦਲਣਾ। ਲੇਕਿਨ ਇੱਕ ਚੀਜ਼ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਚਾਹੇ ਸਰਕਾਰ ਨਾਲ ਲੜਾਈ ਲੜਨੀ ਪਵੇ, ਚਾਹੇ ਇਹਨਾਂ ਅਫਸਰਾਂ ਨਾਲ ਲੜਾਈ ਲੜਨੀ ਪਵੇ, ਚਾਹੇ ਕੋਰਟਾਂ 'ਚ ਜਾਣਾ ਪਵੇ, ਅਸੀਂ ਇਸ ਬੋਗਸ ਬਿਲਿੰਗ ਦਾ ਕਲੰਕ ਜਿਹੜਾ ਇਹ ਪੰਜਾਬ ਦੇ ਮੱਥੇ ਤੋਂ ਧੋ ਕੇ ਰਵਾਂਗੇ। ਧੰਨਵਾਦ ਸਰ। ਸੋ ਦੋਸਤੋ, ਇਹ ਸੀਗੇ ਸਾਡੇ ਨਾਲ ਬਦੀਸ਼ ਜਿੰਦਲ ਜੀ, ਜਿਨ੍ਹਾਂ ਨੇ ਦੱਸਿਆ ਕਿ ਕਿੱਦਾਂ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਆਰਗੇਨਾਈਜ਼ਡ ਤਰੀਕੇ ਦਾ ਇੱਕ ਕ੍ਰਾਈਮ ਵੱਧ ਗਿਆ, ਵਪਾਰ ਇਹਨੂੰ ਕਹਿੰਦੇ, ਬੋਗਸ ਬਿਲਿੰਗ ਦਾ ਵਪਾਰ ਵੱਧ ਗਿਆ ਹੈਗਾ। ਸੋ ਬੋਗਸ ਬਿਲਿੰਗ ਵੀ ਇੱਦਾਂ ਦੀ ਕਿ 6 ਮਹੀਨੇ ਦੇ ਵਿੱਚ 600 ਕਰੋੜ ਦੀ ਟਰਨਓਵਰ। ਸੋ ਜਿਹੜਾ ਇਹ ਯੂਥ ਨੂੰ, ਜਿਹੜਾ ਆਉਣ ਵਾਲੇ ਯੂਥ ਨੂੰ ਕਿੱਦਾਂ ਦਾ ਮੈਸੇਜ ਮਿਲੇਗਾ? ਜਿਹੜਾ ਬੱਚਾ ਪਹਿਲਾਂ ਯੂਥ ਹੈਗਾ ਉਹ ਮਿਹਨਤ ਤੋਂ ਦੂਰ ਭੱਜੇਗਾ। ਸੋ ਇਹ ਇੱਕ ਬਹੁਤ ਹੀ ਡਿਫਿਕਲਟ ਟਾਈਪ ਦਾ ਕ੍ਰਾਈਮ ਹੈ। ਜੇ ਇਹ ਬੀਜ ਇੱਦਾਂ ਦੀ ਸੋਚ ਡਿਵੈਲਪ ਹੋ ਗਈ ਤੇ ਸ਼ਾਇਦ ਅਸੀਂ ਪੰਜਾਬ ਦੀ ਜਿਹੜੀ ਯੂਥ ਹੈ, ਪੰਜਾਬ ਦੇ ਯੂਥ ਨੂੰ ਕਦੀ ਵੀ ਜਿਹੜਾ ਬਚਾ ਨਹੀਂ ਪਾਵਾਂਗੇ। ਇੱਕ ਪਾਸੇ ਪਹਿਲਾਂ ਹੀ ਅਸੀਂ ਚਿੱਟੇ ਦੇ ਮਾਰ ਨੂੰ ਝੇਲ ਰਹੇ ਹਾਂ ਤੇ ਦੂਜੇ ਪਾਸੇ ਜੇ ਇੱਦਾਂ ਦੀ ਇੱਕ ਬਹੁਤ ਜਲਦੀ ਬੋਗਸ ਬਿਲਿੰਗ ਦੇ ਵਪਾਰ ਦੇ ਵਿੱਚ ਪੈ ਕੇ ਰਾਤੋਂ ਰਾਤ ਅਮੀਰ ਬਣਨ ਦੇ ਜਾਂ ਰਾਤੋਂ ਰਾਤ ਕਰੋੜਾਂ ਰੁਪਏ ਕਮਾਉਣ ਦੇ ਇੱਦਾਂ ਦੇ ਝੂਠੇ ਸੁਪਨਿਆਂ ਦੇ ਵਿੱਚ, ਕ੍ਰਾਈਮ ਦੇ ਵਿੱਚ ਅਸੀਂ ਇਨਵੋਲਵ ਹੋ ਗਏ ਤੇ ਉਹ ਦਿਨ ਦੂਰ ਨਹੀਂ ਕਿ ਜਦੋਂ ਸਾਨੂੰ ਪਛਤਾਣਾ ਪਏਗਾ। ਅਸੀਂ ਆਪਣੀ ਜਿਹੜੀ ਇਹ ਪੀੜ੍ਹੀਆਂ ਨੂੰ ਰੋਵਾਂਗੇ ਔਰ ਆਪਣੇ ਕਲਚਰ ਨੂੰ ਰੋਵਾਂਗੇ ਕਿ ਕਦੀ ਅਸੀਂ ਇੱਦਾਂ ਦੇ ਹੁੰਦੇ ਸੀ। ਸੋ ਮਾਨ ਸਰਕਾਰ ਨੂੰ ਅਪੀਲ ਹੈ ਕਿ ਪਿਛਲੀਆਂ ਸਰਕਾਰਾਂ ਨੇ ਤਾਂ ਇਸ ਮਾਮਲੇ 'ਚ ਕੁਝ ਨਹੀਂ ਕੀਤਾ, ਪਰ ਉਹ ਜੇ ਵਾਕਈ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਨੇ ਤੇ ਇਹੋ ਜਿਹੇ ਇਹ ਬੋਗਸ ਬਿਲਿੰਗ ਦੀ ਨੁਕੇਲ ਤੇ ਜ਼ਰੂਰ ਪਾਣ ਤਾਂ ਕਿ ਸਾਡਾ ਯੂਥ ਨੂੰ ਅਸੀਂ ਬਰਬਾਦੀ ਤੋਂ ਜਾਣ ਤੋਂ ਬਚਾ ਸਕੀਏ। ਦੇਖते रहो, बने रहो जनहितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।